ਕਿਸਾਨ ਜਿੱਥੇ ਦਿੱਲੀ ਦੇ ਵਿੱਚ ਹੱਡ ਚੀਰਵੀਂ ਠੰਡ ਦੇ ਵਿੱਚ ਸੰਘਰਸ਼ ਕਰ ਰਹੇ ਹਨ, ਉੱਥੇ ਪੰਜਾਬ ਦਾ ਜੋ ਲੋਕ ਹਨ ਉਹਨਾਂ ਦਾ ਪੂਰਨ ਸਮਰਥਨ ਕਰ ਰਹੇ ਹਨ। ਅੱਜ ਤੁਸੀਂ ਦੇਖ ਸਕਦੇ ਹੋ ਕਿ ਖੁਸ਼ੀਆਂ ਦਾ ਤਿਉਹਾਰ ਜਾਗੋ, ਜਿਸ ਨੂੰ ਕਿ ਹੁਣ ਕਾਲੀ ਜਾਗੋ ਦੇ ਤੌਰ 'ਤੇ ਕੱਢਿਆ ਜਾ ਰਿਹਾ ਹੈ। ਇਸ ਵਿੱਚ ਅਸੀਂ ਅੰਮ੍ਰਿਤਸਰ ਦੇ ਹੋਲੀ ਸਿਟੀ ਵਿੱਚ ਮੌਜੂਦ ਹਾਂ। ਸਾਡੇ ਨਾਲ ਹਨ ਫਿਲਮੀ ਕਲਾਕਾਰ ਜਤਿੰਦਰ ਕੌਰ ਜੀ। ਕਿਉਂ ਤੁਹਾਨੂੰ ਇਸ ਤਰ੍ਹਾਂ ਕਾਲੀ ਜਾਗੋ ਕੱਢਣ ਦੀ ਜ਼ਰੂਰਤ ਪਈ? ਸਾਨੂੰ ਜੀ ਕਾਲੀ ਜਾਗੋ ਦੀ ਇਸ ਕਰਕੇ ਜ਼ਰੂਰਤ ਪਈ ਹੈ, ਵੈਸੇ ਤਾਂ ਜਾਗੋ ਦਾ ਪ੍ਰਤੀਕ ਹੈਗਾ ਜਗਾਣਾ। ਅਸੀਂ ਹੁਣ ਵੀ ਕੁੰਭਕਰਨ ਦੀ ਨੀਂਦ ਜਿਹੜਾ ਸੁੱਤਾ ਪਿਆ ਮੋਦੀ, ਉਹਨੂੰ ਜਗਾ ਨਹੀਂ ਆਏ ਆ, ਉਹਨੂੰ ਜਗਾਉਣਾ ਚਾਹੁੰਦੇ ਆ ਕਿ ਉਹ ਜਾਗ ਜਾਵੇ। ਹਾਂਜੀ, ਲੈ ਲਓ ਜੀ। ਵਿਆਹਾਂ ਦੇ ਵਿੱਚ ਵੀ ਅਸੀਂ ਜਾਗੋ ਕੱਢਣੀ ਆ ਤੇ ਜਗਾਉਂਦੇ ਆ। ਹੁਣ ਵੀ ਅਸੀਂ ਕਾਲੀ ਜਾਗੋ ਕੱਢ ਰਹੀਆਂ, ਜਗਾ ਰਹੇ ਹਾਂ ਕਿ ਮੋਦੀਆ ਜਾਗ ਜਾ, ਜਾਗ ਜਾ। ਤੂੰ ਆਪਣੇ ਮੁਲਕ ਨੂੰ, ਤੂੰ ਮੁਲਕ ਦਾ ਰਾਜਾ ਹੈ। ਜੇ ਤੇਰੀ ਪ੍ਰਜਾ ਹੀ ਦੁਖੀ ਤੇਰੇ ਕੋਲੋਂ, ਤੂੰ ਕਾਹਦਾ ਰਾਜਾ ਹੈ? ਤੂੰ ਕਾਹਦਾ ਸਾਡਾ ਚੀਫ ਮਿਨਿਸਟਰ ਹੈ, ਪ੍ਰਾਈਮ ਮਿਨਿਸਟਰ ਹੈ? ਤੂੰ ਕਾਹਦਾ ਹੈ ਕਿ ਤੇਰੀ ਤੇ ਜਨਤਾ, ਤੇਰੀ ਪ੍ਰਜਾ ਤੇਰੇ ਕੋਲੋਂ ਦੁਖੀ ਹੋਈ ਹੈ। ਤੂੰ ਆਰ ਪਾਰ ਕਰ, ਯੈਸ ਔਰ ਨੋ ਕਰ। ਜਿਹੜੇ ਕਾਲੇ ਕਾਨੂੰਨ ਤੂੰ ਲਏ ਨੇ ਇਹ ਵਾਪਸ ਲੈ, ਇਹਦੇ 'ਚ ਸੋਧਾ ਨਾ ਕਰ। ਸੋਧ ਕਰਨ ਦਾ ਕੋਈ ਨਹੀਂ ਹੁਣ ਇਸ ਵੇਲੇ ਸੋਧ ਦਾ ਕੋਈ ਟਾਈਮ ਨਹੀਂ ਹੈ। ਹੁਣ ਇਹ ਕਾਲੇ ਕਾਨੂੰਨ ਵਾਪਸ ਲੈ, ਜਿਹੜੇ ਕਾਨੂੰਨ ਕਿਸਾਨਾਂ ਦੇ ਹੱਕ ਵਿੱਚ ਹੀ ਨਹੀਂ ਹੈਗੇ। ਤੂੰ ਉਹ ਕਿਵੇਂ ਕਹੀ ਜਾਂਦਾ ਕਿ ਤੁਹਾਡੇ ਹਿੱਤ ਦੀ ਮੈਂ ਗੱਲ ਕਰ ਰਹੀ ਹਾਂ? ਤੂੰ ਕਿਸਾਨਾਂ ਨਾਲੋਂ ਜ਼ਿਆਦਾ ਜਾਣਦਾ, ਕਿਸਾਨਾਂ ਨੂੰ ਜ਼ਿਆਦਾ ਪਤਾ ਹੈ ਕਿ ਉਹਨਾਂ ਦੇ ਹਿੱਤ 'ਚ ਕਿਹੜੀ ਗੱਲ ਹੈਗੀ ਤੇ ਕਿਹੜੀ ਨਹੀਂ ਹੈ। ਤੂੰ ਕਿਸਾਨ ਹੈ ਹੀ ਨਹੀਂ, ਤੈਨੂੰ ਕੀ ਪਤਾ? ਸੋ ਇਹ ਕਾਨੂੰਨ ਵਾਪਸ ਹੋਣੇ ਚਾਹੀਦੇ ਆ। ਸਾਡੇ ਭਰਾ, ਸਾਡੀਆਂ ਭੈਣਾਂ, ਸਾਡੇ ਬੱਚੇ ਉੱਥੇ ਬਾਰਡਰਾਂ 'ਤੇ ਜਾ ਕੇ ਬੈਠੇ ਨੇ ਠੰਡ ਦੇ ਵਿੱਚ। ਇਹਨੂੰ ਪਤਾ ਨਹੀਂ ਲੱਗਦਾ ਪਿਆ। ਮੈਨੂੰ ਲੱਗਦਾ ਕਿ ਇਹਦਾ ਦਿਮਾਗ ਜਿਹੜਾ ਘੁੰਮ ਗਿਆ। ਇਹਦਾ ਦਿਮਾਗ ਹੈਗਾ ਹੀ ਨਹੀਂ ਹੈ। ਉਹ ਦਿਮਾਗ ਵਿਕ ਗਿਆ, ਉਹ ਦਿਮਾਗ ਖਰੀਦਿਆ ਗਿਆ ਵੱਡੇ ਲੋਕਾਂ ਦੇ ਵੱਲੋਂ, ਅਡਾਨੀਆਂ ਵੱਲੋਂ, ਅੰਬਾਨੀਆਂ ਵੱਲੋਂ। ਇਹ ਕਾਨੂੰਨ ਵੀ ਜਿਹੜੇ ਹੈ ਇਹ ਮੋਦੀ ਨੇ ਨਹੀਂ ਬਣਾਏ, ਇਹ ਕਾਨੂੰਨ ਉੱਪਰੋਂ ਬਣ ਕੇ ਆਏ ਨੇ। ਇਹਨੇ ਤਾਂ ਸਿਰਫ ਪਾਸ ਹੀ ਕੀਤੇ ਆ। ਕਿਉਂਕਿ ਅੱਜ ਜਦੋਂ ਪੜ੍ਹਦਾ ਪਿਆ ਤਾਂ ਕਹਿੰਦਾ ਇਹਦੇ ਵਿੱਚ ਸੋਧ ਦੀ ਜ਼ਰੂਰਤ ਹੈ, ਗਲਤੀਆਂ ਹੋਈਆਂ ਹੀ ਹੈ। ਜਦੋਂ ਬਣਾਏ ਸੀ ਉਦੋਂ ਨਹੀਂ ਪਤਾ ਵੀ ਇਹ ਗਲਤੀਆਂ ਹੈਗੀਆਂ ਨੇ। ਇਟ ਮੀਨਸ ਕਿ ਇਹ ਕਾਨੂੰਨ ਉਹਨੇ ਨਹੀਂ ਬਣਾਏ, ਇਹ ਕਾਨੂੰਨ ਬਣ ਕੇ ਆਏ ਨੇ, ਉੱਚੇ ਘਰਾਣਿਆਂ 'ਚੋਂ ਬਣ ਕੇ ਆਏ ਨੇ। ਇਸ ਕਰਕੇ ਇਹਨੂੰ ਪਤਾ ਕੱਖ ਨਹੀਂ ਹੈਗਾ। ਇਹ ਹੁਣ ਸੋਧਾਂ ਕਹਿੰਦਾ, ਹੁਣ ਸੋਧਾਂ ਕਰਨ ਦਾ ਸਮਾਂ ਜਿਹੜਾ ਨਿਕਲ ਗਿਆ। ਹੁਣ ਆਰ ਜਾਂ ਪਾਰ ਦੀ ਲੜਾਈ ਹੈ। ਇਹ ਲੜਾਈ ਬੜੀ ਲੰਬੀ ਹੋ ਗਈ ਹੈ, ਹੋਰ ਵੀ ਜਿੰਨੀ ਲੰਬੀ ਹੋਏਗੀ। ਇਹ ਸਾਡੇ ਕਿਸਾਨ ਭਰਾ, ਮਜ਼ਦੂਰ ਭਰਾ ਉੱਥੇ ਖੜੇ ਨੇ, ਬੈਠੇ ਨੇ, ਔਰ ਬੜਾ ਵੱਡਾ ਰਸ਼। ਇਹ ਕਹਿੰਦੇ ਨੇ ਖਾਲਿਸਤਾਨੀ ਨੇ, ਇਹ ਖਾਲਿਸਤਾਨੀ ਨੇ। ਖਾਲਿਸਤਾਨੀਆਂ ਦੇ ਹੱਥਾਂ ਵਿੱਚ ਫਿਰ ਬੰਦੂਕਾਂ ਹੋਣੀਆਂ ਚਾਹੀਦੀਆਂ ਸੀ, ਬੰਬ ਹੋਣੇ ਚਾਹੀਦੇ ਸੀ, ਗੋਲੀਆਂ ਹੋਣੀਆਂ ਚਾਹੀਦੀਆਂ ਸੀ। ਉਹਨਾਂ ਦੇ ਹੱਥਾਂ ਵਿੱਚ ਤਾਂ ਦਾਲਾਂ ਦੀਆਂ ਬਾਲਟੀਆਂ ਫੜੀਆਂ ਨੇ, ਉਹਨਾਂ ਦੇ ਹੱਥਾਂ ਵਿੱਚ ਟੋਕਰੇ ਫੜੇ ਨੇ ਰੋਟੀਆਂ ਦੇ, ਉਹਨਾਂ ਦੇ ਹੱਥਾਂ ਵਿੱਚ ਤਾਂ ਚਾਹਾਂ ਫੜੀਆਂ ਨੇ, ਬਾਲਟੀਆਂ ਫੜੀਆਂ ਨੇ ਚਾਹਾਂ ਦੀਆਂ। ਇਹ ਖਾਲਿਸਤਾਨੀਆਂ ਦੇ ਹੱਥਾਂ 'ਚ ਇਹ ਚੀਜ਼ਾਂ ਹੁੰਦੀਆਂ ਨੇ। ਇਹਨੂੰ ਪਤਾ ਹੀ ਨਹੀਂਗਾ ਖਾਲਿਸਤਾਨੀ ਕੌਣ ਹੁੰਦੇ। ਖਾਲਿਸਤਾਨੀ ਕਿਤੇ ਇਹਨਾਂ ਨੂੰ ਬਣਾ ਨਾ ਦੇਵੇ, ਇਹ ਕਹਿ ਕੇ। ਇਸ ਵੇਲੇ ਬੜੀ ਆਰਾਮ ਦੇ ਨਾਲ ਲੜਾਈ ਲੜ ਰਹੇ ਨੇ। ਆਪਣੇ ਹੱਕਾਂ ਦੀ ਲੜਾਈ ਲੜਨੀ ਜਿਹੜੀ ਹੈ ਉਹ ਸਾਡਾ ਆਪਣਾ ਹੱਕ ਹੈ। ਆਪਣੇ ਹੱਕ ਮੰਗ ਰਹੇ ਹਾਂ, ਤੇਰੇ ਕੋਲ ਕੋਈ ਜ਼ਿਆਦਾ ਨਹੀਂ ਮੰਗ ਰਹੇ। ਅਸੀਂ ਹੱਕ ਮੰਗ ਰਹੇ ਹਾਂ, ਤੈਨੂੰ ਉਹ ਹੱਕ ਸਾਨੂੰ ਦੇਣੇ ਪੈਣੇ ਹੈ। ਔਰ ਇਹ ਆਰ ਪਾਰ ਦੀ ਲੜਾਈ ਜਿਹੜੀ ਹੈ ਯੈਸ ਔਰ ਨੋ ਵਿੱਚ ਹੀ ਹੋਣੀ ਚਾਹੀਦੀ ਹੈ। ਹੋਰ ਵਿਚਲਾ ਰਸਤਾ ਹੁਣ ਕੋਈ ਬਾਕੀ ਨਹੀਂ ਰਹਿ ਗਿਆ। ਤੁਸੀਂ ਫਿਲਮੀ ਕਲਾਕਾਰ ਜਤਿੰਦਰ ਕੌਰ ਹੋ। ਤੁਸੀਂ ਦੇਖ ਸਕਦੇ ਹੋ ਕਿ ਇਸ ਜਾਗੋ ਦੇ ਵਿੱਚ ਕਿਸਾਨ ਏਕਤਾ ਜਿੰਦਾਬਾਦ ਦੇ ਬੈਨਰ ਗਲੇ 'ਚ ਪਾ ਕੇ ਇਹਨਾਂ ਖੇਤੀ ਕਾਨੂੰਨਾਂ ਦੇ ਖਿਲਾਫ ਵਿਰੋਧ ਜਤਾਇਆ ਜਾ ਰਿਹਾ ਹੈ। ਕੀ ਨਾਂ ਹੈ ਤੁਹਾਡਾ? ਮੇਰਾ ਨਾਮ ਜੀ ਪ੍ਰੋਫੈਸਰ MPS ਈਸ਼ਰ। ਸੜਕਾਂ 'ਤੇ ਆਉਣਾ ਪਿਆ ਜੀ, ਕੀ ਲੱਗਦਾ? ਇਹ ਬਹੁਤ ਜ਼ਰੂਰੀ ਹੈ ਜੀ, ਕਿਉਂਕਿ ਇਸ ਵੇਲੇ ਸਾਡੇ ਕਲਚਰ 'ਤੇ, ਸਾਡੇ ਪੰਜਾਬ 'ਤੇ ਇੱਕ ਹਮਲਾ ਹੋ ਰਿਹਾ ਹੈ। ਹਾਂਜੀ। ਮੋਦੀ ਨੇ ਪੰਜਾਬ ਤੇ ਹਰਿਆਣਾ ਔਰ ਕਿਸਾਨੀ ਜੋ ਕਲਚਰ ਹੈ ਉਸ ਦੇ ਖਿਲਾਫ ਇੱਕ ਜਿਹਾਦ ਸ਼ੁਰੂ ਕੀਤਾ ਹੈ। ਇਹ ਕਿਸਮ ਦਾ ਜਿਹਾਦ ਹੈ ਕਿਉਂਕਿ ਸਾਡੇ तमाम ਗੀਤ, ਸਾਡੀਆਂ ਰਸਮਾਂ, ਸਾਡੇ ਰਿਵਾਜ, ਸਾਡੀ ਸੋਚ, ਸਾਡੀਆਂ ਕਹਾਵਤਾਂ, ਸਾਡੀ ਹਰ ਚੀਜ਼ ਜਿਹੜੀ ਉਹ ਖੇਤ ਖਲਿਆਣ ਨਾਲ ਜੁੜੀ ਹੋਈ ਹੈ। ਤੇ ਜੇ ਖੇਤ ਖਲਿਆਣ ਦੀ ਸਾਡੇ ਕੋਲ ਚਲੇ ਗਏ ਤੇ ਸਾਡਾ ਪੰਜਾਬ ਦਾ ਕਲਚਰ ਵੀ ਨਹੀਂ ਰਹਿਣਾ, ਸਾਡਾ ਕੁਝ ਨਹੀਂ ਰਹਿਣਾ। ਠੀਕ ਹੈ, ਉਹਨੂੰ ਬਚਾਉਣ ਲਈ ਜਾਗੋ ਜਿਹੜੇ ਸਾਡੇ ਕਲਚਰ ਦਾ ਬਹੁਤ ਹੀ ਖਾਸ ਹਿੱਸਾ ਹੈ। ਅਸੀਂ ਜਾਗੋ ਕੱਢਿਆ ਲੋਕਾਂ ਨੂੰ ਜਗਾਉਣ ਲਈ ਕਿ ਜਾਗੋ ਇਹ ਤੁਹਾਡੀ ਜ਼ਮੀਨਾਂ 'ਤੇ ਨਜ਼ਰ ਹੈ, ਇਹ ਜ਼ਮੀਨਾਂ 'ਤੇ ਕਬਜ਼ਾ ਕਰ ਲੈਣਗੇ, ਤੁਹਾਨੂੰ ਮਜ਼ਦੂਰ ਬਣਾ ਦੇਣਗੇ, ਜਿਹੜਾ ਕਲਚਰ ਹੈ ਖਤਮ ਹੋ ਜਾਣਾ। ਇਹਨੂੰ ਬਚਾਉਣ ਲਈ ਸੜਕਾਂ 'ਤੇ ਆਉਣਾ ਸਾਡੀ ਜ਼ਰੂਰੀ ਹੈ, ਕਿਉਂਕਿ ਸਭ ਕੁਝ ਵਿਕ ਰਿਹਾ। ਇਸ ਲਈ ਏਅਰਲਾਈਨਸ ਵਿਕ ਰਹੀਆਂ ਨੇ, ਇਸ ਲਈ ਰੇਲਵੇ ਵਿਕ ਗਈ ਹੈ, ਇਸ ਲਈ ਏਅਰਪੋਰਟ ਵਿਕ ਗਏ ਨੇ, ਇਸ ਲਈ ONGC ਵਿਕ ਗਈ ਹੈ, ਹਰ ਚੀਜ਼ ਵਿਕੀ ਜਾ ਰਹੀ ਹੈ। ਈਵਨ ਸਾਡੀ ਜਿਹੜੀ ਹੈ इंश्योरेंस कंपनी जी ਉਹਦੇ नज़र है सब बिक रहा है। ऐसे इलाज जी साड़ी ज़मीन भी बिक गई। तो एक फिल्म सी 2 बीघा ज़मीन
ਫੈਕਟਰੀ ਤਾਂ ਬਣ ਜਾਊਗੀ ਤੇ ਬੰਦੇ ਸੜਕਾਂ ਤੇ ਜਿਹੜਾ ਰਿਕਸ਼ੇ ਚਲਾਉਂਦੇ ਫਿਰਨਗੇ ਔਰ ਆਲਟਰਨੇਟਿਵ ਇਹਨਾਂ ਕੋਲ ਕੋਈ ਨੌਕਰੀ ਕੋਈ ਚੀਜ਼ ਹੈ ਨਹੀਂ। ਅਸੀਂ ਚਾਹੁੰਦੇ ਹਾਂ ਕਿ ਇੰਡਸਟਰੀਲਾਈਜੇਸ਼ਨ ਹੋਏ, ਲੋਕੀ ਕਿਸਾਨ ਤੋਂ ਨਿਕਲ ਕੇ ਤੇ ਫੈਕਟਰੀਆਂ ਨਾਲ ਜਾਣ, ਪਰ ਪਹਿਲੇ ਇੰਡਸਟਰੀਲਾਈਜੇਸ਼ਨ ਕਰੋ ਤਾਂ ਸਹੀ। ਮੈਨੂੰ ਪਤਾ ਬਠਿੰਡੇ ਕੁਛ ਇਲਾਕਿਆਂ 'ਚ ਕਿਤੇ ਫੈਕਟਰੀ ਲੱਗੀ ਹੈ ਤੇ ਕਿਸਾਨਾਂ ਦੇ ਬੱਚੇ ਬੱਸ ਜਾਂਦੇ ਨੇ, ਕੰਮ ਕਰਦੇ ਨੇ, ਸ਼ਾਮ ਨੂੰ ਘਰ ਆ ਜਾਂਦੇ ਨੇ। ਜਦੋਂ ਇੰਡਸਟਰੀਲਾਈਜੇਸ਼ਨ ਹੋਏਗੀ ਲੋਕੀ ਆਪ ਜਾਣਗੇ, ਪਰ ਤੁਸੀਂ ਇੰਡਸਟਰੀਲਾਈਜੇਸ਼ਨ ਕਰੋ ਨਾ, ਜ਼ਮੀਨਾਂ ਸਾਡੇ ਤੋਂ ਖੋਹ ਲਓ, ਮਾਰਜਨਲ ਕਿਸਾਨ ਜਿਹੜੇ ਕਿੱਥੇ ਫਸਲ ਜਾਏਗਾ ਤੇ ਕਿੱਥੇ ਵੇਚੇਗਾ, ਉਹ ਸਾਰਾ ਜ਼ਿਲ੍ਹਾ ਸਭ ਕੁਝ ਖੋਹ ਲਿਆ ਉਹਨਾਂ ਨੇ। तो उसके बाद लोग सड़कों पर आ गए, दर-बदर आ गए, मजदूर बन गए। मोदी चाहता कि असी भी बाकी स्टेटा जो मजदूर ने, बिहार च अगे पिछे किसान ने जो फसल पैदा करके रोंदे ने कि फसल की कटाई भी नहीं निकली वो, साड़ी भी वही हालत करना चाहता। पंजाब हरियाणा इस इलाके के किसान, पूरा हिंदुस्तान बेसिकली इसकी स्ट्रगल के थ्रू असी जिन्नी भी जी साड़ी प्राइवेटाइजेशन न्यू लिबरलिज्म भी जो सब कुछ बेचिया जा रहा, असी उसके खिलाफ हाँ। असी चाहते हैं कि इंडस्ट्रीलाइजेशन होए, डेवलपमेंट होए, लोग मजदूर खेता जो छड़ के फैक्ट्री वाल जान, पर पहले कुछ होए तो सही। रोड मैप तैयार होना चाहिए है, पहले रोड मैप होए तो इंडस्ट्रीलाइजेशन करो, लोग आप जान गए। मैनू याद है कि जिसले साडे मज़ारा जिहड़ा सी, जो साडे शहर फैक्ट्री लगी एक, तो मज़ारा रात को एक शिफ्ट उत्थे लान चला जाता सी, उन्होंने किसी ने नहीं सिखाया, ठीक है, अपने आप लोग काम करन लग पे सी। पर तुहाडे कोल कुछ है नहीं, जी फैक्ट्री इत्थे हैगी सी वो भी बंद हो रहा, कोई रोड मैप है नहीं, तो लोगों को कट के सड़कों तो सुट देना ये कोई हल नहीं हैगा। तो उसके बाद एक बार उन्होंने साडे जमीनां ते साडे हर चीज़ ते कब्जा कर लिया, उस बाद वो मनमानी करनगे, असीं बेबस होकर सड़कों ते तुरे फिरांगे, क्योंकि इत्थे कोई आल्टरनेटिव साडे कोल होना नहीं। ऑलरेडी साडे बच्चे जिहड़े बाहर दे मुल्कां विच रुलदे फिरदे ने, बाहर जा रहे हैं, पर जिहड़े चार इत्थे रोटी कमा के रहिंदे सी वो भी नहीं रहना, फिर कख भी नहीं रहना इत्थे। इसलिए साडा सारा जिहड़ा सड़कां जाना बहुत जरूरी हो गया है। ਕੀ ਨਾਮ ਤੁਹਾਡਾ ਜੀ? ਮੇਰਾ ਨਾਮ ਪ੍ਰੋਫੈਸਰ ਬਾਜਵਾ ਜੀ, ਯੂਨੀਵਰਸਿਟੀ ਤੋਂ। ਬੇਸਿਕਲੀ ਤੁਸੀਂ ਦੇਖੋ ਜਿਹੜੀਆਂ ਆਲਰੇਡੀ ਪਹਿਲਾਂ ਪਾਲਿਸੀਜ਼ ਅਡਾਪਟ ਕੀਤੀਆਂ ਇਹਨਾਂ ਨੇ, ਲੈਟਸ ਸੇ GST ਹੀ, ਇਟ ਹੈਜ਼ ਬੀਨ ਨੋ ਯੂਜ਼ ਟੂ ਦ ਸਟੇਟਸ। ਸੈਕਿੰਡ, ਦੇ ਹੈਵ ਗੋਨ ਫਾਰ ਅ ਡੀਮੋਨੇਟਾਈਜੇਸ਼ਨ, ਦੇਰ ਹੈਜ਼ ਬੀਨ ਨੋ ਯੂਜ਼ ਟੂ ਸਟੇਟ। ਜਿਹੜੀ ਐਜੂਕੇਸ਼ਨ ਪਾਲਿਸੀ ਹੈ, ਸਾਡੇ ਆਪਣੇ PhD ਕਰਾ ਕੇ, PhD ਤੋਂ ਵੱਧ ਕੋਈ ਪੜ੍ਹਾਈ ਨਹੀਂ ਹੈਗੀ ਇਸ ਦੇਸ਼ 'ਚ। PhD ਕਰਾ ਕੇ ਸਾਡੇ ਆਪਣੇ ਬੱਚੇ 15-15 ਹਜ਼ਾਰ ਰੁਪਏ ਤੇ ਲੋਕਾਂ ਦੇ ਘਰਾਂ 'ਚ ਲੱਗੇ ਆ, ਪ੍ਰਾਈਵੇਟ ਕੰਮ ਕਰ ਰਹੇ ਆ, ਦੇਰ ਇਜ਼ ਨੋ ਗਵਰਨਮੈਂਟ ਜੌਬ ਫਾਰ ਦੈਮ। ਉਸ ਤੋਂ ਬਾਅਦ ਜਿਹੜਾ ਬੱਚਾ ਅੱਗੇ ਅਗਲੀ ਜਨਰੇਸ਼ਨ ਜਿਹੜੀ ਸਾਡੀ 15,000 ਤੇ ਕੰਮ ਕਰਨ ਦੀ ਹੈ, ਉਹਨਾਂ ਦਾ ਕੀ ਫਿਊਚਰ ਹੈ? ਦੇਰ ਇਜ਼ ਨੋ GPF CPF ਫਾਰ ਦੈਮ। ਇਟ ਮੀਨਸ ਈਵਨ ਸਾਡੀ ਪੜ੍ਹਾਈ ਜਿਹੜੀ ਹੈ, ਆ ਜਾਓ, ਈਵਨ ਸਾਡੀ ਪੜ੍ਹਾਈ ਦੀ ਕੋਈ ਵੈਲਿਊ ਇਹਨਾਂ ਨੇ ਰਹਿਣ ਦਿੱਤੀ। ਈਵਨ ਮੈਡੀਕਲ ਫੈਸਿਲਿਟੀ ਤੇ ਆਪਾਂ ਦੇਖ ਹੀ ਲਿਆ ਕੋਵਿਡ 'ਚ ਕੀ ਬਣਿਆ ਮੈਡੀਕਲ ਫੈਸਿਲਿਟੀ ਦਾ। ਸੋ ਦੇਰ ਇਜ਼ ਨੋ ਕੁਐਸਚਨ ਆਫ ਐਜੂਕੇਸ਼ਨ, ਦੇਰ ਇਜ਼ ਨੋ ਕੁਐਸਚਨ ਆਫ ਮੈਡੀਕਲ ਫੈਸਿਲਿਟੀ। ਰਹਿ ਦੇ ਕੇ ਇੱਕ ਐਗਰੀਕਲਚਰ ਬਚੀ ਹੀ, ਐਗਰੀਕਲਚਰ ਦੇ ਵਾਂਟ ਟੂ ਗੇਨ ਇਟ ਫਰਾਮ ਆਵਰ ਸੈਲਫ, ਦੇ ਜਸਟ ਵਾਂਟ ਟੂ ਸੈਲ ਇਟ ਟੂ ਦ ਇੰਡਸਟਰੀਲਾਈਜੇਸ਼ਨ, ਤਾਂ ਕਿ ਉਹ ਕੋਆਪਰੇਸ਼ਨ ਬਣ ਜਾਏ। ਕੋਆਪਰੇਸ਼ਨ ਅੱਗੇ ਸਾਨੂੰ ਕੀ ਦਿੱਤਾ? ਕੱਖ ਨਹੀਂ ਦਿੱਤਾ। ਮੈਂ ਤੁਹਾਨੂੰ ਪੰਜਾਬ ਦੇ ਯੂਰੇਨੀਅਮ ਦਾ ਹਾਲ ਦੱਸਦਾ ਨਾ, ਅਸੀਂ 15 ਸਟੇਟਾਂ 'ਚ, ਪੰਜਾਬ ਸਟੇਟ 'ਚ 15 ਤੋਂ ਲੈ ਕੇ 16 ਡਿਸਟ੍ਰਿਕਟ ਕਵਰ ਕੀਤੀਆਂ ਨੇ। ਕੁਛ ਡਿਸਟ੍ਰਿਕਟ ਲਾਈਕ ਜਿਵੇਂ ਸਾਊਥ ਵੈਸਟ ਪੰਜਾਬ ਹੈ, ਇੰਨਾ ਜ਼ਿਆਦਾ ਯੂਰੇਨੀਅਮ ਹੋ ਚੁੱਕਾ ਕਿ ਕੋਈ ਹਿਸਾਬ ਹੀ ਨਹੀਂ ਹੈ। So what policy they are adopting for agriculture? Nothing. They have done no plan for the common man. They have no plan for the future generation. ਸਾਡੇ ਬੱਚੇ ਬਾਹਰ ਕਿਉਂ ਜਾ ਰਹੇ? ਕਿਉਂ ਜਾ ਰਹੇ? ਇੰਨੇ ਲੱਖ ਰੁਪਈਆ ਆਪਾਂ ਪੰਜਾਬ ਦਾ ਬਾਹਰ ਇਨਵੈਸਟ ਕਰਨ ਦੇ। Why? Because there is a no use of the education here. There is a no use of the agriculture production here. Why they can frame a policy ਤਾਂ ਕਿ ਜਿਹੜੀ MSP ਆਪਾਂ ਗੱਲ ਕਰਦੇ ਹਾਂ, ਜੇ MSP ਪੰਜਾਬ ਨੂੰ ਬਚਦੀ ਸੀ ਤਾਂ ਪੰਜਾਬ ਉਸ ਕਰਕੇ ਬਚਿਆ ਹੈ। ਬਾਕੀਆਂ ਸਟੇਟ 'ਚ MSP ਤੇ ਵੀ ਨਹੀਂ ਮਿਲ ਰਹੀ। ਦੈਟਸ ਵਾਈ ਦੇ ਆਰ ਗੈਟਿੰਗ ਰਿਊਨਡ। ਜੇ ਕੱਲ੍ਹ ਨੂੰ ਸਾਡੇ ਕੋਲ ਜਿਹੜੀ ਇੱਕ ਐਗਰੀਕੇਰੀਅਨ ਸਟੇਟ ਆ ਜਿੱਥੇ ਇੰਡਸਟਰੀਲਾਈਜੇਸ਼ਨ ਨਹੀਂ ਹੈ, ਜੇ ਇਹਦੇ ਕੋਲ ਐਗਰੀਕਲਚਰ ਵੀ ਖਤਮ ਹੋ ਜਾਏਗੀ ਤਾਂ ਸਾਡੇ ਬੱਚੇ ਕਿੱਥੇ ਜਾਣਗੇ? ਜੇ ਤੁਸੀਂ ਉਹਨਾਂ ਨੂੰ MSP ਮਿਨੀਮਮ MSP ਨਹੀਂ ਵੀ ਦਿਓਗੇ ਤਾਂ ਵੇਅਰ ਦੇ ਵਿਲ ਗੋ ਨੋਵੇਅਰ। So that's why these bills has to be ultimately demolished and they have to be backtracked. Otherwise there is a no survival for the common man, there is a no survival for the future generation. For saving a future generation, you have to not only abolish these bills, but you have to provide the MSP for each and every farmer who is working in India itself. So ਹਰ ਫਾਰਮਰ ਨੂੰ ਉਹਦੀ ਪ੍ਰੋਡਕਟ ਦਾ ਘੱਟੋ ਘੱਟ ਮਿਨੀਮਮ ਪ੍ਰਾਈਸ ਦਿਓ। ਮਿਨੀਮਮ ਪ੍ਰਾਈਸ ਕਿਉਂ ਦਿਓ ਜੀ? ਜੇ ਪਿਛਲੇ 50 ਸਾਲ ਦਾ ਤੁਸੀਂ ਡਾਟਾ ਦੇਖ ਲਓ, ਜੇ ਮੈਂ ਸਿੰਪਲ 50 ਸਾਲ ਦਾ ਡਾਟਾ ਲੈ ਲਾਂ, ਮੈਂ ਐਜੂਕੇਸ਼ਨ 'ਚ ਆ, ਮੇਰੇ ਨਾਲ ਦੇ ਮੈਡੀਕਲ 'ਚ ਨੇ ਜਾਂ ਹੋਰ ਫੀਲਡ 'ਚ ਨੇ, ਉਹਨਾਂ ਦੀਆਂ ਜਿਹੜੀਆਂ ਮਿਨੀਮਮ ਵੇਜਸ ਨੇ ਉਹ ਘੱਟੋ ਘੱਟ 150% ਵਧੀਆਂ ਨੇ। ਜਿਹੜੇ ਬੰਦੇ ਐਜੂਕੇਸ਼ਨ 'ਚ ਹੀ ਉਹਨਾਂ ਦੀ 150% ਵਧੀ ਹੈ। ਜਿਹੜੇ ਬੰਦੇ ਕੋਆਪਰੇਟਿਵ ਸੈਕਟਰ 'ਚ ਉਹਨਾਂ ਦੀ 300% ਵਧੀ ਹੈ। ਜਿਹੜੇ ਇੰਡਸਟਰੀਲਾਈਜ਼ ਬੜੇ ਵੱਡੇ ਸੀ ਉਹ 300% ਤੋਂ ਪਤਾ ਨਹੀਂ 1000% ਕਮਾ ਗਏ ਨੇ। ਹੁਣ ਇਹੀ ਮੋਦੀ ਸਾਹਿਬ ਨੇ ਆਹੀ ਜਿਹੜਾ ਜੀਓ ਹੈ, ਇਹਨਾਂ ਨੂੰ ਇੱਕ ਸਿੰਪਲ ਯੂਨੀਵਰਸਿਟੀ ਜਿਹੜੀ ਕਿ ਇਹਨਾਂ ਕੋਲ ਹੈਗੀ ਵੀ ਨਹੀਂ, ਉਹਨੂੰ 1000 ਕਰੋੜ ਰੁਪਈਆ ਦੇ ਦਿੱਤਾ ਵੀ ਯੂਨੀਵਰਸਿਟੀ ਖੋਲੋ। ਦੇਰ ਇਜ਼ ਨੋ ਯੂਨੀਵਰਸਿਟੀ ਔਨ ਦ ਗਰਾਊਂਡ। So they have been giving a policy which has been no use.
ਹੁਣ ਜੇ ਮੈਂ ਉਹੀ ਫਾਰਮਰ ਦੀ ਗੱਲ ਕਰਾਂ, ਉਹ ਫਾਰਮਰ ਨੇ ਪਿਛਲੇ 50 ਸਾਲਾਂ ਦੇ ਵਿੱਚ ਉਹਦੀ MSP ਵੀ ਲਾ ਲਓ ਤਾਂ ਵੀ ਹੀ ਹੈਜ਼ ਓਨਲੀ ਗੇਨਡ ਨਾਟ ਮੋਰ ਦੈਨ 20%। ਇਟ ਮੀਨਸ ਉਹਦੀ ਪੇ ਤਾਂ ਵਿਚਾਰੇ ਦੀ 20% ਵੀ ਨਹੀਂ ਵਧੀ। ਤਾਂ ਲਾਗਤ ਜ਼ਿਆਦਾ ਹੋ ਰਹੀ ਹੈ। ਲਾਗਤ ਉਸ ਤੋਂ 4 ਟਾਈਮ ਜ਼ਿਆਦਾ ਹੈ। ਸਵਾਮੀਨਾਥਨ ਕਮਿਸ਼ਨ ਕੀ ਕਹਿੰਦਾ ਕਿ ਕਮ ਸੇ ਕਮ ਉਹਦੀ ਲਾਗਤ ਪਲੱਸ 50% ਐਡੀਸ਼ਨਲ ਦੇ ਕੇ ਉਹਨੂੰ ਮਿਨੀਮਮ ਗੁਜ਼ਾਰੇ ਕਰਨ ਜੋਗਾ ਤੇ ਕਰੋ ਨਾ। ਤੇ ਤੁਸੀਂ ਤਾਂ ਉਹਨੂੰ ਮਿਨੀਮਮ ਗੁਜ਼ਾਰੇ ਕਰਨ ਜੋਗਾ ਹੁਣ ਤੁਸੀਂ ਉਹਨੂੰ ਪ੍ਰਾਈਵੇਟੇਸ਼ਨ ਨੂੰ ਦੇ ਕੇ ਉਹਨਾਂ ਨੂੰ ਯੂ ਵਾਂਟ ਟੂ ਮੇਕ them laborers। It means you want to put them and that's a WTO policy you have signed a WTO policy ਕਿ ਹਾਂ ਇਹ ਜਿਹੜੀ ਸਾਨੂੰ 50% ਐਗਰੀਕੇਰੀਅਨ ਸਟੇਟ ਹੈ ਇਹਦੇ ਚੋਂ 50% ਬੰਦੇ ਸਾਨੂੰ ਜਿਹੜੇ ਨੇ ਉਹ ਇੰਡਸਟਰੀਲਾਈਜ਼ 'ਚ ਚਾਹੀਦੇ ਨੇ। ਉਹ ਇੰਡਸਟਰੀਲਾਈਜ਼ ਤੋਂ ਤੁਹਾਡੇ ਕੋਲ ਮਨਰੇਗਾ ਸਕੀਮ 'ਚ ਆਲਰੇਡੀ ਅੱਧੇ ਬੰਦੇ ਖਾਲੀ ਪਏ ਆ। If I go for a Punjab data of Manrega itself, there are more than 20 to 50 lakhs who have signed। ਪਰ ਜੌਬ ਕਿਹਨਾਂ ਨੂੰ ਮਿਲ ਰਹੀ ਹੈ? 15 ਲੱਖ ਨੂੰ। ਇਹਦਾ ਮਤਲਬ 50% ਬੱਚੇ ਤੇ ਤੁਹਾਡੇ ਕੋਲ ਇੰਡਸਟਰੀਆਂ 'ਚ ਕੰਮ ਕਰਨ ਲਈ ਆਲਰੇਡੀ ਤੁਹਾਡੀਆਂ ਆਪਣੀਆਂ ਸਕੀਮਾਂ ਦੇ ਵਿੱਚ ਹੀ ਖਾਲੀ ਪਏ ਨੇ। ਜੇ ਉਹ ਸਕੀਮਾਂ ਤੁਹਾਡੇ ਕੋਲ ਪ੍ਰੋਪਰ ਯੂਜ਼ ਨਹੀਂ ਹੋ ਰਹੀਆਂ, ਨਾਓ ਯੂ ਆਰ ਗੋਇੰਗ ਫਾਰ ਐਗਰੀਕਲਚਰ, ਜਿੱਦਾਂ ਕਿ ਐਗਰੀਕਲਚਰ 'ਚੋਂ ਵੀ ਬੰਦੇ ਹਟਾ ਕੇ ਬਹੁਤੇ ਨਹੀਂ, ਜੇ ਆਪਾਂ 70% ਵੀ ਐਗਰੀਕੇਰੀਅਨ ਸਟੇਟ ਆਪਾਂ ਪੰਜਾਬ ਦੀ ਕਹਿ ਲਈਏ, ਜੇ 70% ਚੋਂ 30% ਵੀ ਬੰਦੇ ਲੈਟਸ ਆਪਾਂ ਉਧਰ ਨੂੰ ਕਰਾਂਗੇ ਤੇ ਉਹ ਕਿੱਥੇ ਜਾਣਗੇ? ਉਹਨਾਂ ਨੂੰ ਤਾਂ ਅੱਗੇ ਜੌਬ ਕੋਈ ਨਹੀਂ ਮਿਲਣ ਦੀ। ਉਹਨਾਂ ਦੇ ਬੱਚੇ ਵਿਚਾਰੇ ਐਜੂਕੇਸ਼ਨ ਕਰ ਭੁੱਖੇ ਬਹਿੰਦੇ ਨੇ, ਜੌਬ ਉਹਨਾਂ ਨੂੰ ਤੁਸੀਂ ਕੋਈ ਨਹੀਂ ਦੇ ਰਹੇ। ਨਾ ਯੂ ਆਰ ਮੇਕਿੰਗ ਦਿਸ ਇੰਡਸਟਰੀਅਲ ਸਟੇਟ, ਮੇਕ ਇਟ ਇੰਡਸਟਰੀਅਲ ਸਟੇਟ। ਵਾਈ ਯੂ ਆਰ ਨਾਟ ਮੇਕਿੰਗ? ਵਾਈ ਹੈਵ ਗਿਵਨ ਮੋਰ ਇਨਸੈਂਟਿਵ ਟੂ ਹਰਿਆਣਾ? ਵਾਈ ਹੈਵ ਗਿਵਨ ਮੋਰ ਇਨਸੈਂਟਿਵ ਟੂ ਹਿਮਾਚਲ? ਵਾਈ ਨਾਟ ਪੰਜਾਬ? ਪੰਜਾਬ ਕੋਈ ਮਤਰੇਈ ਮਾਂ ਦਾ ਪੁੱਤ ਹੈ? ਇੱਥੇ ਤਾਂ ਤੁਸੀਂ ਸਾਰੇ ਟੈਕਸ ਜਿਹੜੇ ਗੁਆਂਢੀਆਂ ਸੂਬਿਆਂ ਨੂੰ ਦੇ ਕੇ ਸਾਰੀ ਇੰਡਸਟਰੀ ਵੀ ਉਧਰ ਅਪਲਾਈਨ ਕਰਵਾ ਲਈ ਹੈ। ਆਪਣੇ ਕੋਲ ਰਹਿ ਦੇ ਕੇ ਆ ਕਿ ਐਗਰੀਕਲਚਰ ਰਹਿ ਗਿਆ ਸੀ, ਐਗਰੀਕਲਚਰ ਵੀ ਖੋ ਕੇ ਤੁਸੀਂ ਹੁਣ ਉਹ ਵੀ ਜਿਹੜੇ ਸਾਡੇ ਬੱਚੇ ਉਹਨਾਂ ਨੂੰ ਭੁੱਖੇ ਮਾਰਨ ਤੇ ਲਾ ਦੋਗੇ। ਸੋ ਯੂ ਹੈਵ ਟੂ ਮੇਕ ਅ ਪਾਲਿਸੀ ਵਿਚ ਇਜ਼ ਫॉर द ਕਾਮਨ ਮੈਨ, ਨਾਟ ਫॉर 2 or 3 ਇੰਡਸਟਰੀਲਾਈਜ਼ਡ ਪੀਪਲ ਹੂ ਵਾਂਟ ਟੂ ਗ੍ਰੈਬ ਈਚ ਐਂਡ ਐਵਰੀਥਿੰਗ। ਹੁਣ WTO ਪਾਲਿਸੀ ਕੀ ਕਹਿੰਦੀ ਹੈ ਵੀ ਅਸੀਂ ਕਣਕ ਬਾਹਰੋਂ ਜੀ ਸਸਤੀ ਲਿਆਵਾਂਗੇ ਤੇ ਇੱਥੇ ਵਾਲੀ ਪ੍ਰੋਡਕਟ ਕਿੱਥੇ ਜਾਏਗੀ? ਸੋ ਅਲਟੀਮੇਟਲੀ ਯੂ ਹੈਵ ਟੂ ਮੇਕ ਦ ਪਾਲਿਸੀਜ਼ ਫॉर ਅ ਕਾਮਨ ਮੈਨ and not for 2 or 3 people who like to grab each and everything. So that's my ਕਾਰਨ ਕੀ ਲੱਗਦਾ ਪ੍ਰੋਫੈਸਰ, ਪੰਜਾਬ ਨਾਲ ਇਤਨਾ ਵਿਤਕਰਾ ਕਿਉਂ? ਵਿਤਕਰਾ ऐसे ਵਿਤਕਰਾ ਨਹੀਂ ਹੈ। ਇਟਸ ਬੇਸਿਕਲੀ ਦੇ ਹੈਵ ਅ ਰੋਂਗ ਪਾਲਿਸੀ ਇਨ देयर ਮਾਈਂਡ ਕਿ ਜਿਹੜੇ ਐਗਰੀਕਲਚਰ 'ਚ ਇੱਕ ਐਗਰੀਕਲਚਰ ਹੀ ਸਿਰਫ ਦਾ ਰਹਿ ਗਿਆ ਸੀ ਜਿਹਦੇ 'ਚ ਕਿ ਥੋੜ੍ਹੀ ਬਹੁਤੀ ਪੋਜ਼ਿਟਿਵਨੈਸ ਹੈਗੀ ਸੀ। ਤੁਸੀਂ ਕੋਵਿਡ 'ਚ ਦੇਖਿਆ, ਕੋਵਿਡ 'ਚ ਇੰਡਸਟਰੀ ਵੀ ਖਤਮ ਹੋ ਗਈ, ਕੋਵਿਡ 'ਚ ਸਾਰਾ ਕੁਝ ਖਤਮ ਹੋ ਗਿਆ। ਸਿਰਫ ਐਗਰੀਕੇਰੀਅਨ ਸਟੇਟ ਜਾਂ ਐਗਰੀਕਲਚਰ ਨੇ 4% ਸਾਨੂੰ ਪ੍ਰੋਫਿਟ ਦਿੱਤਾ। ਨੋ ਦੇ ਹੈਵ ਏਮ ਕਿ ਇਹ ਇੱਕ ਚੀਜ਼ ਰਹਿ ਗਈ ਹੈ, ਇਹ ਵੀ ਤੁਸੀਂ ਉਹਨਾਂ ਨੂੰ ਅੰਬਾਨੀਆਂ ਦਾਨੀਆਂ ਨੂੰ ਦੇ ਕੇ ਇਹਦਾ ਵੀ ਭੱਠਾ ਪਾ ਦਿਓ। ਤੇ ਲੋਕਾਂ ਨੇ ਕਿੱਥੇ ਜਾਣਾ? ਲੋਕਾਂ ਵੀ ਤਾਂ ਰੋਟੀ ਖਾਣੀ ਹੈ ਨਾ। ਸੋ ਲੋਕੀ ਕਿੱਥੇ ਜਾਣ ਵਿਚਾਰੇ? So that's my request to make a policy so that it can be used for a common man. ਸੋ ਇਹ ਸਨ ਪ੍ਰੋਫੈਸਰ, ਇਹਨਾਂ ਦਾ ਕਹਿਣਾ ਕਿ ਨੀਤੀਆਂ ਠੀਕ ਨਹੀਂ ਹਨ। ਔਰ ਇਸ ਕਾਲੀ ਜਾਗੋ ਨੂੰ ਆਰਗੇਨਾਈਜ਼ ਕਰਨ ਵਾਲੇ ਸੀਨੀਅਰ ਪੱਤਰਕਾਰ ਰਾਜਨ ਮਾਨ ਸਾਡੇ ਨਾਲ ਹਨ। ਮਾਨ ਸਾਹਿਬ, ਕੀ ਲੱਗਦਾ ਕਿ ਇਹਨਾਂ ਸੜਕਾਂ 'ਤੇ ਆਉਣਾ ਪਿਆ ਪ੍ਰੋਫੈਸਰ ਵਰਗ ਨੂੰ, ਪੜ੍ਹੇ ਲਿਖੇ ਵਰਗ ਨੂੰ, ਔਰ ਪੱਤਰਕਾਰ ਵਰਗ ਨੂੰ? ਬਿਲਕੁਲ ਜੀ, ਇਹ ਐਕਚੁਅਲੀ ਕਿਉਂਕਿ ਇੱਕ ਜਿਹੜੇ ਕਾਲੇ ਕਾਨੂੰਨ ਲੈ ਕੇ ਆਏ ਸੀ ਕੇਂਦਰ ਸਰਕਾਰ, ਉਹਦੇ ਕਰਕੇ ਲੋਕਾਂ ਨੂੰ ਸੜਕਾਂ 'ਤੇ ਆਉਣਾ ਪਿਆ। ਔਰ ਬੜੀ ਤਰਾਸਦੀ ਆ ਕਿ ਇੱਕ ਮੁਲਕ ਦਾ ਅੰਨਦਾਤਾ ਜਿਹੜਾ ਵਾ, ਕਿਉਂਕਿ ਜਿਹੜੀ ਇੰਡੀਆ ਵਾ ਉਹ ਐਗਰੀਕਲਚਰ ਬੇਸਡ ਸਟੇਟ ਆ, ਔਰ ਉਹ ਉਸ ਚੀਜ਼ ਨੂੰ ਹੀ ਆਪਾਂ ਖਤਮ ਕਰਨ ਜਾ ਰਹੇ ਹਾਂ। ਤੇ ਅੱਗੇ ਪਹਿਲਾਂ ਹੀ ਜਿਹੜੇ ਭਾਰਤ ਆ ਉਹ ਹਰ ਪੱਖ ਦੇ ਤੋਂ ਜਿਹੜਾ ਵਾ ਉਹ ਪਿੱਛੇ ਜਾ ਰਿਹਾ। ਆਪਾਂ ਸਭ ਕੁਝ ਵੇਚਣ ਤੇ ਤੁਲੇ ਹੋਏ ਆ। ਔਰ ਇੱਕ ਸਾਡੇ ਕੋਲ ਖੇਤੀਬਾੜੀ ਧੰਦਾ ਬਚਿਆ ਸੀ, ਕਿਉਂਕਿ ਜੇ ਆਪਾਂ ਪਿਛਲਾ ਸਮਾਂ ਦੌਰ ਵੇਖਦੇ ਹਾਂ, ਕਰੋਨਾ ਦਾ ਭਿਆਨਕ ਦੌਰ ਆਇਆ ਸੀ ਔਰ ਉਸ ਦੌਰਾਨ ਸਭ ਕੁਝ ਜਿਹੜੀ ਹੈ ਇੱਕ ਵਾਰੀ ਜ਼ਿੰਦਗੀਆਂ ਠੱਪ ਹੋ ਗਈਆਂ ਸੀ ਸਾਰਾ ਕੁਝ। ਔਰ ਸਿਰਫ ਤੇ ਸਿਰਫ ਇੱਕ ਕਿਸਾਨੀ ਕਰਕੇ, ਕਿਉਂਕਿ ਅੰਨਦਾਤਾ ਸੀ, ਅੰਨ ਸਾਡੇ ਕੋਲ ਹੈਗਾ ਸੀ ਤੇ ਅਸੀਂ ਸਰਵਾਈਵ ਕਰ ਗਏ। ਅਸੀਂ 8 ਮਹੀਨੇ 9 ਮਹੀਨੇ ਜ਼ਿੰਦਾ ਰਹਿ ਗਏ। ਜੇ ਸਾਡੇ ਕੋਲ ਅੰਨ ਨਾ ਹੁੰਦਾ ਤੇ ਫਿਰ ਅਸੀਂ ਕਿੱਦਾਂ ਸਰਵਾਈਵ ਕਰਦੇ? ਇਸ ਕਰਕੇ ਜਿਹੜੀ ਸਾਡੀ ਰੀੜ੍ਹ ਦੀ ਹੱਡੀ ਆ, ਸਰਕਾਰ ਉਸ ਰੀੜ੍ਹ ਦੀ ਹੱਡੀ ਨੂੰ ਤੋੜਨਾ ਚਾਹੁੰਦੀ ਆ ਕਿ ਲੋਕ ਟੋਟਲੀ ਹੀ ਜਿਹੜੇ ਆ ਉਹ ਕਾਰਪੋਰੇਟ ਘਰਾਣਿਆਂ ਦੇ ਉੱਤੇ ਡਿਪੈਂਡਡ ਹੋ ਜਾਣ। ਜਿਹੜੇ ਅੱਜ ਉਹ ਕੁਇੰਟਲਾਂ ਦੇ ਹਿਸਾਬ ਨਾਲ ਟਰਾਲੀਆਂ ਭਰ ਕੇ ਜਿਹੜਾ ਅਨਾਜ ਆ ਰਿਹਾ, ਉਹ ਮੁੜ ਕੇ ਆਪਣੇ ਘਰਾਂ 'ਚ ਪੈਕਟਾਂ ਨਾਲ ਲੈ ਕੇ ਜਾਣ। ਜਿਹੜੀ ਅੱਜ ਆਪਾਂ 3000 ਰੁਪਏ ਨੂੰ ਕੁਇੰਟਲ ਚੀਜ਼ ਖਰੀਦਣੀ ਆ, ਉਹ ਮੁੜ ਕੇ ਅਸੀਂ 10000 ਰੁਪਏ ਕੁਇੰਟਲ ਨੂੰ ਖਰੀਦਾਂਗੇ। ਮਤਲਬ ਇਹ ਕਿ ਸਿੱਧਾ ਜਿਹੜੀ ਆ ਮੋਦੀ ਸਰਕਾਰ ਆ ਉਹ ਕਾਰਪੋਰੇਟ ਘਰਾਣਿਆਂ ਨੂੰ, ਅਡਾਨੀਆਂ ਬਾਨੀਆਂ ਨੂੰ, ਆਪਣੇ ਕਾਵਾਂ ਨੂੰ ਖੁਸ਼ ਕਰਨ ਤੇ ਲੱਗੀ ਹੋਈ ਆ। ਪੰਜਾਬ ਨੂੰ, ਪੰਜਾਬ ਦੀ ਕਿਸਾਨੀ ਨੂੰ, ਪੰਜਾਬ ਦੇ ਲੋਕਾਂ ਨੂੰ ਉਹਨਾਂ ਨੂੰ ਬਰਬਾਦ ਕਰਨਾ ਚਾਹੁੰਦੀ ਆ। ਈਵਨ ਕਿ ਮੈਂ ਕਹਾਂਗਾ ਦੇਸ਼ ਨੂੰ ਬਰਬਾਦ ਕਰਨ ਦੇ ਉੱਤੇ ਉਹਨਾਂ ਨੇ ਸੋਚਿਆ ਹੋਇਆ ਕਿ ਦੇਸ਼ ਨੂੰ ਕਿਸ ਤਰ੍ਹਾਂ ਉਹਨਾਂ ਨੇ ਇਸ ਵਕਤ ਜਿਹੜੀ ਅੱਜ ਪੋਜੀਸ਼ਨ ਆ, ਦੇਸ਼ ਗਿਰਵੀ ਰੱਖ ਦਿੱਤਾ ਵਾ, ਅਬਾਨੀਆਂ ਅਡਾਨੀਆਂ ਦੇ ਅੱਗੇ ਗਿਰਵੀ ਰੱਖ ਦਿੱਤਾ ਵਾ। ਰੇਲਵੇ ਉਹਨਾਂ ਦੇ ਸਪੁਰਦ ਕਰ ਦਿੱਤੀ ਆ, 에ਅਰਪੋਰਟ ਉਹਨਾਂ ਨੂੰ ਸਪੁਰਦ ਕਰ ਦਿੱਤੇ ਆ, 에ਅਰਲਾਈਨ ਖਤਮ ਕਰ ਦਿੱਤੀਆਂ ਨੇ,
ਗਵਰਨਮੈਂਟ EMPLOYE ਖਤਮ ਹੋ ਚੁੱਕੀ ਹੈ ਬਿਲਕੁਲ। ਇਸ ਕਰਕੇ ਇਹ ਲੋਕਾਂ ਨੂੰ ਇਹ ਤੁਸੀਂ ਵੇਖੋ ਕਿ ਮੇਰੀ ਜ਼ਿੰਦਗੀ ਦੇ ਵਿੱਚ ਇਹ ਪਹਿਲੀ ਵਾਰ ਐਸਾ ਸੰਘਰਸ਼ ਆ ਜਿਹੜਾ ਇੰਨੇ ਵੱਡੇ ਪੱਧਰ ਤੇ ਲੋਕ ਲਾਮਬੰਦ ਹੋ ਕੇ ਆਪ ਮੁਹਾਰੇ ਜਿਹੜੇ ਆ ਉਹ ਇਸ ਸੰਘਰਸ਼ ਦੇ ਵਿੱਚ ਜਿਹੜਾ ਹਿੱਸਾ ਬਣ ਰਹੇ ਨੇ, ਚਾਹੇ ਉਹ ਮਜ਼ਦੂਰ ਆ, ਚਾਹੇ ਉਹ ਕਿਸਾਨ ਆ, ਚਾਹੇ ਉਹ ਪੜ੍ਹਿਆ ਲਿਖਿਆ ਵਰਗ ਆ, ਚਾਹੇ ਉਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੀ ਆਪਾਂ ਕਹਿ ਸਕਦੇ ਆ, ਵੱਡੀਆਂ ਵੱਡੀਆਂ ਪੋਸਟਾਂ ਦੇ ਉੱਤੇ ਜਿਹੜੇ ਅਫਸਰ ਆ ਉਹ ਵੀ, ਹਰ ਬੰਦਾ ਜਿਹੜਾ ਇਸ ਸੰਘਰਸ਼ ਦਾ ਹਿੱਸਾ ਬਣ ਰਿਹਾ ਕਿਉਂਕਿ ਉਹਨੂੰ ਪਤਾ ਵਾ ਕਿ ਜੇ ਅੱਜ ਇਹ ਚੀਜ਼ ਨਾ ਰੋਕੀ ਗਈ ਤੇ ਆਉਣ ਵਾਲਾ ਪੰਜਾਬ, ਆਉਣ ਵਾਲੀਆਂ ਨਸਲਾਂ ਪੰਜਾਬ ਦੀਆਂ ਬਰਬਾਦ ਹੋ ਜਾਣਗੀਆਂ। ਅੱਜ ਅਸੀਂ ਸੂਟਡ ਬੂਟਡ ਜਿਹੜੇ ਘੁੰਮ ਰਹੇ ਆ, ਅਸੀਂ ਵੀ ਬਿਹਾਰ ਦੀ ਤਰਜ਼ ਤੇ, ਯੂਪੀ ਦੀ ਤਰਜ਼ ਦੇ ਉੱਤੇ ਅਸੀਂ ਵੀ ਉਹਨਾਂ ਧੋਤੀਆਂ ਦੇ ਵਿੱਚ ਅਸੀਂ ਦਿਹਾੜੀਆਂ ਕਰਨ ਜਾਵਾਂਗੇ। ਅੱਜ ਅਸੀਂ ਲਗਜ਼ਰੀ ਗੱਡੀਆਂ ਦੇ ਵਿੱਚ, ਤੁਸੀਂ ਵੇਖਦੇ ਹੋ ਆਪਾਂ ਲਗਜ਼ਰੀ ਗੱਡੀਆਂ ਦੇ ਵਿੱਚ ਵੱਡੀਆਂ ਵੱਡੀਆਂ ਕੋਠੀਆਂ ਦੇ ਵਿੱਚ ਆਲੀਸ਼ਾਨ 'ਚ ਰਹਿੰਦੇ ਆ। ਸਾਡਾ ਇਹ ਹਾਲਾਤ ਕਰ ਦੇਗਾ ਕਿ ਅਸੀਂ ਝੁੱਗੀਆਂ ਦੇ ਵਿੱਚ ਰਹਿਣਾ ਸਾਨੂੰ ਔਖਾ ਮਜਬੂਰ ਹੋ ਜਾਵਾਂਗੇ। ਝੁੱਗੀਆਂ ਵਿੱਚ ਰਹਿਣ ਲਈ ਸਾਨੂੰ ਸਾਈਕਲਾਂ ਦੇ ਉੱਤੇ ਚੱਲਣਾ ਪਊਗਾ, ਜੋ ਕਿ ਬਿਹਾਰ ਸਾਡੇ ਸਾਹਮਣੇ ਇੱਕ ਹੁੰਦੀ ਆ ਕਿ ਅੱਖੋਂ ਉਹਲੇ ਚੀਜ਼ ਆਪਣੇ ਸਾਹਮਣੇ ਐਗਜ਼ਾਮਪਲਾਂ ਸੈੱਟ ਹੋਈਆਂ ਨੇ। ਬਿਹਾਰ ਦੇ ਵਿੱਚ, ਯੂਪੀ ਦੇ ਵਿੱਚ ਐਗਜ਼ਾਮਪਲਾਂ ਸੈੱਟ ਨੇ ਕਿ ਉੱਥੇ ਜੇ ਖਤਮ ਕਰ ਦਿੱਤੀ ਹੈ ਤੇ ਉੱਥੇ ਕਿਸਾਨੀ ਦਾ ਕੀ ਹਾਲ ਹੋ ਗਿਆ, ਕਿਸਾਨੀ ਲੋਕ ਬਰਬਾਦ ਹੋ ਗਏ ਨੇ। ਉਹ ਸਾਡੇ ਪੰਜਾਬ ਦੇ ਵਿੱਚ ਦਿਹਾੜੀਆਂ ਕਰਨ ਆ ਰਹੇ ਨੇ ਔਰ ਇਹ ਪਤਾ ਨਹੀਂ ਕਿਉਂ ਇਹ ਸਰਕਾਰ, ਜਦੋਂ ਅਸੀਂ ਚਾਹੁੰਦੇ ਆ ਕਿ ਸਾਨੂੰ ਇਹ ਚੀਜ਼ ਦੀ ਲੋੜ ਨਹੀਂ, ਜਦੋਂ ਇੱਕ ਬੰਦਾ ਕਹਿੰਦਾ ਕਿ ਮੈਨੂੰ ਭੁੱਖ ਨਹੀਂ ਹੈਗੀ ਤੇ ਤੁਸੀਂ ਉਹਨੂੰ ਧੱਕੇ ਨਾਲ ਕਹਿੰਦੇ ਵੀ ਨਹੀਂ ਤੂੰ ਹੋਰ ਰੋਟੀ ਖਾ। ਇਹ ਗੱਲ ਸੈਂਟਰ ਸਰਕਾਰ ਕਰ ਰਹੀ ਹੈ ਕਿ ਜਦੋਂ ਅਸੀਂ ਕਹਿ ਰਹੇ ਕਿ ਕਾਲੇ ਕਾਨੂੰਨ ਦੀ ਸਾਨੂੰ ਲੋੜ ਨਹੀਂ ਆ, ਇਹ ਸਾਡੇ ਖਿਲਾਫ ਨੇ, ਤੇ ਧੱਕੇ ਨਾਲ ਕਹਿ ਰਹੇ ਕਿ ਨਹੀਂ ਅਸੀਂ ਕਿ ਇਹ ਤੁਹਾਡੇ ਭਲੇ ਦੇ ਵਾਲੀ ਹੈ, ਭਲੇ ਦੇ ਵਾਲੇ। ਅਸੀਂ ਕਹਿੰਦੇ ਵੀ ਸਾਨੂੰ ਭਲਾ ਨਹੀਂ ਚਾਹੀਦਾ ਤੇਰਾ ਹਕਮਾ, ਤੁਸੀਂ ਆਪਣੀਆਂ ਮਨਮਰਜ਼ੀਆਂ ਕਰੋ, ਤੁਸੀਂ ਆਪਣੀਆਂ ਕਾਵਾਂ ਨੂੰ ਜਿਸ ਤਰ੍ਹਾਂ ਮਰਜ਼ੀ ਖੁਸ਼ ਕਰੋ, ਪਰ ਸਾਡਾ ਭਲਾ ਕਰਨ ਦੇ ਲਈ ਦੇਸ਼ ਦਾ ਬੇੜਾ ਗਰਕ ਨਾ ਕਰੋ। ਸੋ ਇਹ ਸਨ ਸੀਨੀਅਰ ਪੱਤਰਕਾਰ ਜਿਨ੍ਹਾਂ ਦਾ ਕਹਿਣਾ ਹੈ ਕਿ ਇਹ ਜੋ ਲੜਾਈ ਹੈ ਨਿੱਜੀਕਰਨ ਦੇ ਖਿਲਾਫ ਹੈ, ਕਿਉਂਕਿ ਜੇਕਰ ਹੁਣ ਇਹ ਲੜਾਈ ਨਾ ਲੜੇਗੀ ਤਾਂ ਪੰਜਾਬ ਦੇ ਜੋ ਕਿਸਾਨ ਹਨ ਉਹਨਾਂ ਨੂੰ ਵੀ ਯੂਪੀ ਬਿਹਾਰ ਦੇ ਤਰ੍ਹਾਂ ਲੇਬਰ ਕਰਨ ਦੂਸਰੇ ਰਾਜਾਂ ਜਾਣਾ ਪੈ ਸਕਦਾ ਹੈ। ਉਹ ਤੋਂ ਜੋ ਹੁਣ ਜੋ ਉਹਨਾਂ ਦਾ ਰਹਿਣ ਸਹਿਣ ਪੰਜਾਬੀਆਂ ਦਾ ਉਹ ਤੋਂ ਉਹ ਦੂਰ ਹੋ ਸਕਦੇ ਹਨ। ਤੇ ਨਾਲ ਹੀ ਕਹਿਣਾ ਕਿ ਜਦੋਂ ਤੱਕ ਖੇਤੀ ਕਾਨੂੰਨ ਇਹ ਵਾਪਸ ਨਹੀਂ ਹੁੰਦੇ ਉਦੋਂ ਤੱਕ ਉਹ ਕਿਸਾਨਾਂ ਦੇ ਨਾਲ ਸੰਘਰਸ਼ ਕਰਦੇ ਰਹਿਣਗੇ। E5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।